ਮੇਰਾ ਡਾਕਟਰ ਅਰਸ਼ ਨੂਰ ਕੌਰ ਦਾ ਆਪ ਜੀ ਨੂੰ ਪਿਆਰ ਭਰਾ ਨਮਸਕਾਰ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਬਹੁਤ ਹੀ ਫੇਮਸ ਬੁੱਕ ਜਿਹੜੀ ਕਿ ਇੰਗਲਿਸ਼ 'ਚ ਲਿਖੀ ਗਈ ਹੈ, ਦ ਸੀਕ੍ਰੇਟ, ਉਸ ਦਾ ਰਿਵਿਊ ਪੰਜਾਬੀ 'ਚ ਦੇਣ ਜਾ ਰਹੀ ਹਾਂ। ਇਹ 2006 ਦੇ ਵਿੱਚ ਬਹੁਤ ਮਸ਼ਹੂਰ ਹੋਈ ਸੀ ਔਰ ਇਸ ਬੁੱਕ ਦਾ ਤਾਲੁਕ ਲਾਅ ਆਫ ਅਟਰੈਕਸ਼ਨ, ਜਿਹਨੂੰ ਕਿ ਅਸੀਂ ਕਹਿ ਸਕੀਏ ਕਿ ਆਕਰਸ਼ਣ ਦਾ ਸਿਧਾਂਤ, ਉਸ ਉੱਤੇ ਆਧਾਰਿਤ ਹੈ। ਮੇਰਾ ਇਸ ਨੂੰ ਦੇਖਣ ਦਾ ਨਜ਼ਰੀਆ ਕੁਛ ਅਲੱਗ ਤਰ੍ਹਾਂ ਦਾ ਹੈ। ਇਸ ਬੁੱਕ ਦੇ ਅਨੁਸਾਰ ਇਹ ਲੇਖਕਾਂ ਨੇ ਇਹ ਚੀਜ਼ ਦਰਸਾਈ ਹੈ ਕਿ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਬਹੁਤ ਸ਼ਿੱਦਤ ਦੇ ਨਾਲ ਪਾਉਣਾ ਚਾਹੁੰਦੇ ਹੋ ਤਾਂ ਉਹ ਤੁਹਾਡੇ ਕੋਲ ਆਪਣੇ ਆਪ ਹੀ ਆ ਜਾਂਦੀ ਹੈ। ਇਹਦੇ ਵਾਸਤੇ ਉਹਨੇ 3 ਵੱਖਰੇ ਸਟੈਪਸ ਦੱਸੇ ਹਨ। ਪਹਿਲੇ ਸਟੈਪ 'ਚ ਉਹਨੇ ਦੱਸਿਆ ਕਿਸੇ ਵੀ ਚੀਜ਼ ਨੂੰ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਦੇ ਬਾਰੇ ਸੋਚੋ, ਉਹਦਾ ਆਕਾਰ, ਉਹਦੀ ਮਿਣਤੀ ਜਾਂ ਉਹਦੀ ਪ੍ਰਤੱਖ ਜਿਹੜੀ ਤਸਵੀਰ ਤੁਹਾਡੇ ਦਿਮਾਗ ਦੇ ਵਿੱਚ ਫਿਕਸ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕੋਈ ਚੀਜ਼ ਅਗਰ ਤੁਸੀਂ ਚਾਹੁੰਦੇ ਹੋ ਕਿੰਨੀ ਮਾਤਰਾ ਦੇ ਵਿੱਚ ਔਰ ਕਦੋਂ ਚਾਹੀਦੀ ਹੈ। ਮੰਨ ਲਓ ਕਿ ਤੁਸੀਂ ਬਹੁਤ ਖੂਬਸੂਰਤ ਘਰ ਚਾਹੁੰਦੇ ਹੋ ਔਰ ਕਿੱਦਾਂ ਦਾ ਘਰ ਚਾਹੁੰਦੇ ਹੋ, ਤੁਹਾਨੂੰ ਉਹਦੀ ਬਿਲਕੁਲ ਖਾਸ ਜਿਹੜੀ ਸਾਫ਼ ਤਸਵੀਰ ਤੁਹਾਡੇ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਉਸ ਨੂੰ ਰੋਜ਼ ਉਸ ਦੇ ਬਾਰੇ ਵਿਚਾਰ ਕਰ ਸਕੋ ਔਰ ਆਖਿਰ ਦੇ ਵਿੱਚ ਇੱਕ ਵਕਤ ਆਏਗਾ ਜਦੋਂ ਤੁਸੀਂ ਉਸ ਨੂੰ ਪਾ ਲਵੋਗੇ। ਇਹਦਾ ਪਹਿਲਾ ਸਟੈਪ ਤਾਂ ਇਹ ਹੈਗਾ ਕਿ ਤੁਸੀਂ ਉਸ ਚੀਜ਼ ਬਾਰੇ ਸੋਚੋ। ਦੂਸਰਾ, ਤੁਸੀਂ ਉਸ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ। ਤੁਸੀਂ ਉਸ 'ਤੇ ਇਹ ਨਹੀਂ ਕਰਨਾ ਕਿ ਤੁਸੀਂ ਜਿਹੜਾ ਜਸਟ ਉਸ ਨੂੰ ਸੋਚਿਆ ਔਰ ਉਸ ਤੋਂ ਬਾਅਦ 'ਚ ਉਹ ਤੁਹਾਨੂੰ ਮਿਲ ਜਾਏਗਾ। ਅਗਰ ਮੈਂ ਦੂਜੇ ਲਫ਼ਜ਼ਾਂ ਦੇ 'ਚ ਕਹਾਂ ਤਾਂ ਇਸ ਬੁੱਕ ਨੂੰ ਕਾਫੀ ਲੋਕਾਂ ਨੇ ਨਿੰਦਿਆ ਵੀ ਹੈ, ਕਿਉਂਕਿ ਉਹ ਕਹਿੰਦੇ ਕਿ ਇੱਕ ਖਿਆਲਾਂ ਦੇ ਦੋਨਾਂ 'ਚ ਰਹਿਣ ਵਾਲੀ ਗੱਲ ਹੈ, ਜਿੱਦਾਂ ਕਿ ਕਿਸੇ ਨੂੰ ਅਲਾਦੀਨ ਦਾ ਚਿਰਾਗ ਦੇ ਕੇ ਜਿੰਨ ਦਾ ਇੰਤਜ਼ਾਰ ਕਰਵਾਉਣਾ ਹੋਵੇ, ਕਿ ਤੁਸੀਂ ਕਿਸੇ ਨੂੰ ਕਹੋ ਕਿ ਹਾਂ ਕੋਈ ਜਿੰਨ ਆਵੇਗਾ ਔਰ ਤੁਹਾਡੀਆਂ ਸਾਰੀਆਂ ਖੁਆਇਸ਼ਾਂ ਨੂੰ ਪੂਰਾ ਕਰ ਦੇਵੇਗਾ। ਉਸੇ ਹੀ ਸਿਧਾਂਤ ਦੇ ਉੱਤੇ ਇਹ ਕਿਤਾਬ ਲਿਖੀ ਗਈ ਹੈ, ਪਰ ਮੇਰਾ ਨਜ਼ਰੀਆ ਕੁਛ ਇਸ ਤੋਂ ਅਲੱਗ ਹੈ। ਅਸੀਂ ਇਸ ਦੀ ਗੱਲ ਕਰਦੇ ਹਾਂ ਕਿ ਪਹਿਲਾ ਹੈ ਕਿ ਤੁਸੀਂ ਉਸ ਚੀਜ਼ ਬਾਰੇ ਸੋਚੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕੀ ਚਾਹੀਦਾ ਹੈ। ਦੂਸਰਾ ਕਿ ਤੁਸੀਂ ਉਸ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ। ਇਹ ਗੱਲ ਭਾਵਨਾ ਦੀ ਹੈ। ਅਗਰ ਮੈਂ ਆਪਣੇ ਅਨੁਸਾਰ ਕਹਾਂ ਤੇ ਅਸਲ ਦੇ ਵਿੱਚ ਅਸੀਂ ਇਸ ਚੀਜ਼ ਨੂੰ ਕਾਫੀ ਵਾਰੀ ਅਜ਼ਮਾ ਚੁੱਕੇ ਹਾਂ। ਅਜ਼ਮਾਣਾ ਲਫ਼ਜ਼ ਮੇਰੇ ਖਿਆਲ 'ਚ ਗਲਤ ਹੋਵੇਗਾ ਕਿ ਅਸੀਂ ਇਸ ਚੀਜ਼ ਨੂੰ ਕਈ ਵਾਰ ਅਸੀਂ ਇਸ ਚੀਜ਼ ਨੂੰ ਕਰ ਚੁੱਕੇ ਹਾਂ, ਕਿਉਂਕਿ ਅਰਦਾਸ ਉਹ ਵੱਡੀ ਸ਼ਕਤੀ ਹੈ ਜਿਸ ਦੇ ਨਾਲ ਤੁਸੀਂ ਜੋ ਚੀਜ਼ ਚਾਹੁੰਦੇ ਹੋ ਉਹ ਤੁਸੀਂ ਪਾ ਸਕਦੇ ਹੋ, ਪਰ ਤੁਹਾਡੀ ਉਸ ਪ੍ਰਤੀ ਭਾਵਨਾ ਪੱਕੀ ਹੋਣੀ ਚਾਹੀਦੀ ਹੈ। ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਪਾਓਗੇ ਹੀ ਪਾਓਗੇ, ਕਿਉਂਕਿ ਜੋ ਚੀਜ਼ ਤੁਸੀਂ ਚਾਹੁੰਦੇ ਹੋ ਉਹ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਉਹ ਹਰ ਹਾਲ ਦੇ ਵਿੱਚ ਦੇ ਦਿੰਦਾ ਹੈ। ਸਾਨੂੰ ਸਿਰਫ ਅਰਦਾਸ ਕਰਨੀ ਆਉਣੀ ਚਾਹੀਦੀ ਹੈ। ਸਾਨੂੰ ਸਿਰਫ ਉਸ ਚੀਜ਼ ਨੂੰ ਪਾਉਣ ਵਾਸਤੇ ਆਪਣੀ ਬੰਦਗੀ ਜਾਂ ਉਸ ਚੀਜ਼ ਨੂੰ ਪਾਉਣ ਦਾ ਤਰੀਕਾ ਆਉਣਾ ਚਾਹੀਦਾ ਹੈ ਕਿ ਅਸੀਂ ਉਸ ਚੀਜ਼ ਨੂੰ ਪਾ ਸਕੀਏ। ਇਸ ਚੀਜ਼ ਨੂੰ ਸਾਬਿਤ ਕਰਨ ਵਾਸਤੇ ਮੈਂ ਤੈਨੂੰ 2 ਕਹਾਣੀਆਂ ਸੁਣਾਉਣੀਆਂ ਚਾਹੂੰਗੀ। ਪਹਿਲੀ ਕਹਾਣੀ ਹੈ ਇੱਕ ਉਸ ਬੱਚੇ ਦੀ ਜਿਸ ਨੂੰ ਕਿ ਦਿਮਾਗ ਦੇ ਵਿੱਚ ਕੈਂਸਰ ਵਾਲਾ ਫੋੜਾ ਹੋ ਜਾਂਦਾ ਜਾਂ ਕੈਂਸਰ ਦੀਆਂ ਜੜ੍ਹਾਂ ਹੋ ਜਾਂਦੀਆਂ ਹਨ। ਉਸਦੀ ਮਾਤਾ ਨੂੰ ਜਦੋਂ ਇਹ ਪਤਾ ਲੱਗਦਾ ਤਾਂ ਬਹੁਤ ਦੁਖੀ ਹੁੰਦੀ ਹੈ ਔਰ ਡਾਕਟਰ ਨੇ ਉਸ ਨੂੰ ਕਿਹਾ ਹੁੰਦਾ ਕਿ ਬੱਚੇ ਦੀ ਉਮਰ ਕੁਛ ਮਹੀਨੇ ਜਾਂ ਕੁਛ ਟਾਈਮ ਹੀ ਬਾਕੀ ਰਹਿ ਗਈ ਹੈ। ਮਾਤਾ ਬਹੁਤ ਦੁਖੀ ਹੋ ਜਾਂਦੀ ਹੈ। ਬੱਚਾ ਜਦੋਂ ਮਾਤਾ ਨੂੰ ਦੁਖੀ ਹੁੰਦਾ ਦੇਖਦਾ ਤਾਂ ਉਸ ਨੂੰ ਪੁੱਛਦਾ ਹੈ। ਮਾਤਾ ਦੱਸਦੀ ਹੈ ਕਿ ਤੇਰੇ ਦਿਮਾਗ ਦੇ ਵਿੱਚ ਕੁਛ ਰਸੌਲੀ ਹੋ ਗਈ ਹੈ। ਬੱਚਾ ਕਹਿੰਦਾ ਕਿ ਮੈਂ ਡਾਕਟਰ ਨੂੰ ਮਿਲਣਾ ਚਾਹੁੰਦਾ ਹਾਂ। ਜਦੋਂ ਮਾਤਾ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਂਦੀ ਹੈ ਤਾਂ ਡਾਕਟਰ ਨੂੰ ਬੱਚਾ ਸਾਫ਼ ਸਵਾਲ ਕਰਦਾ ਹੈ ਕਿ ਡਾਕਟਰ ਸਾਹਿਬ ਮੈਨੂੰ ਸਹੀ ਤਰੀਕੇ ਨਾਲ ਦੱਸੋ ਕਿ ਮੇਰੇ ਦਿਮਾਗ ਦੇ ਵਿੱਚ ਕੀ ਹੋਇਆ ਹੈ। ਡਾਕਟਰ ਉਹਨੂੰ ਬੱਚੇ ਦੀ ਉਮਰ ਦਾ ਲਿਹਾਜ਼ ਕਰਕੇ, ਮੰਨ ਲਓ ਕਿ ਬੱਚੇ ਦੀ ਉਮਰ 8 ਸਾਲ ਦੀ ਸੀਗੀ, ਬੱਚੇ ਦੀ ਉਮਰ ਦਾ ਲਿਹਾਜ਼ ਕਰਕੇ ਉਹਨੂੰ ਸਾਫ਼ ਲਫ਼ਜ਼ਾਂ ਦੇ ਜੋ ਤਾਂ ਕਿ ਬੱਚਾ ਆਰਾਮ ਨਾਲ ਇਸ ਚੀਜ਼ ਨੂੰ ਸਮਝ ਸਕੇ, ਉਸ ਨੂੰ ਦੱਸਦਾ ਕਿ ਤੇਰੇ ਦਿਮਾਗ ਦੇ ਵਿੱਚ ਕਿਸੇ ਦੁਸ਼ਮਣ ਨੇ ਕਬਜ਼ਾ ਕਰ ਲਿਆ ਹੈ। ਅਤੇ ਬੱਚਾ ਪੁੱਛਦਾ ਕਿ ਮੈਂ ਇਸ ਨੂੰ ਕਿੱਦਾਂ ਬਾਹਰ ਕੱਢ ਸਕਦਾ ਹਾਂ। ਤਾਂ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਇਸ ਦੁਸ਼ਮਣ ਦੇ ਨਾਲ ਲੜੇ ਤਾਂ ਤੂੰ ਇਸ ਨੂੰ ਬਾਹਰ ਕੱਢ ਸਕਦਾ ਹੈ, ਪਰ ਇਹ ਦੁਸ਼ਮਣ ਨੂੰ ਅਸੀਂ ਬਾਹਰੋਂ ਨਹੀਂ ਹਰਾ ਸਕਦੇ, ਇਸ ਨੂੰ ਤੂੰ ਅੰਦਰੋਂ ਹੀ ਹਰਾਉਣਾ ਪਏਗਾ। ਉਸ ਦਿਨ ਤਾਂ ਬੱਚੇ ਦੇ ਦਿਮਾਗ ਦੇ ਵਿੱਚ ਇਹ ਗੱਲ ਵੜ ਗਈ ਕਿ ਉਸ ਨੇ ਉਸ ਨੂੰ ਉਸ ਅਣਦੇਖੇ ਦੁਸ਼ਮਣ ਦੇ ਨਾਲ ਲੜਾਈ ਕਰਨੀ ਹੈ ਔਰ ਉਸ ਨੂੰ ਬਾਹਰ ਕੱਢਣਾ ਹੈ। ਉਹ ਹਰ ਰੋਜ਼ ਆਪਣੀ ਪੂਰੀ ਸ਼ਕਤੀ ਇਕੱਠੀ ਕਰਕੇ ਰੋਜ਼ ਉਸ ਦੁਸ਼ਮਣ ਦੇ ਨਾਲ ਲੜਦਾ ਅਤੇ ਕੁਛ ਦਿਨਾਂ ਦੇ ਬਾਅਦ ਅਜੀਬੋ-ਗਰੀਬ ਨਤੀਜੇ ਆਉਣੇ ਸ਼ੁਰੂ ਹੋ ਗਏ। ਉਸ ਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਉਹ ਉਸ ਦੁਸ਼ਮਣ ਨੂੰ ਕਮਜ਼ੋਰ ਕਰਦਾ ਜਾ ਰਿਹਾ ਹੈ।
ਜਦ ਕਿ ਉਸ ਦਾ ਇੱਕ ਫੋਲੋਅਪ ਸੀ ਜਿਹਨੂੰ ਅਸੀਂ ਕਹਿੰਦੇ ਕਿ ਜਦੋਂ ਉਹਨੂੰ ਦੁਬਾਰਾ ਡਾਕਟਰ ਨੂੰ ਦਿਖਾਉਣ ਜਾਣਾ ਸੀ ਤਕਰੀਬਨ ਮਹੀਨੇ ਕੁ ਬਾਅਦ ਵਿੱਚ, ਜਦੋਂ ਗਿਆ ਔਰ ਡਾਕਟਰ ਨੇ ਉਹਦੇ ਟੈਸਟ ਕੀਤੇ ਤੇ ਉਹ ਡਾਕਟਰ ਹੈਰਾਨ ਰਹਿ ਗਿਆ ਕਿਉਂਕਿ ਉਸ ਰਸੌਲੀ ਦਾ ਆਕਾਰ ਛੋਟਾ ਹੁੰਦਾ ਨਜ਼ਰ ਆ ਰਿਹਾ ਸੀ ਔਰ ਉਹ ਕੁਝ ਖਾਸ ਤਰੀਕੇ ਦੇ ਨਾਲ ਘਟਦੀ ਨਜ਼ਰ ਆ ਰਹੀ ਸੀ। ਡਾਕਟਰ ਨੇ ਉਸਦੀ ਮਾਤਾ ਨੂੰ ਪੁੱਛਿਆ ਕਿ ਕੀ ਕੀਤਾ, ਬੱਚੇ ਨੇ ਕੁਝ ਕੀਤਾ ਜਾਂ ਤੁਸੀਂ ਕੁਝ ਕੀਤਾ, ਕੋਈ ਖਾਸ ਤਰ੍ਹਾਂ ਦੀ ਵਿਧੀ ਅਪਣਾਈ ਹੈ? तो माता ने दसा कि बच्चा कुछ देर किसी तस्वीर के अगे बैठ के कुछ बोलता रहता है। ये चीज़ मैं देखी है उसमें। डॉक्टर ने जो बच्चे ने पूछा तो उन्हें कहा कि मैं अपने इष्ट के अगे अरदास करता हाँ और रोज़ उसनू कहता कि मैनू शक्ति दे ताकि मैं इसनू ख़त्म कर सकां और मैं यही चीज़ करता हाँ। उस तो बाद यही प्रक्रिया डॉक्टर ने उसनू दोहराने के वास्ते किया क्योंकि डॉक्टर ने उसके आशाजनक नतीजे देखे सी तो उसने बच्चे नू उत्साहित किया कि वो इसनू रोज़ दोहरावे। बच्चे ने वो चीज़ दोबारा करनी शुरू कर दी। कुछ दिनों बाद एक रात जो बच्चा सुता होया सी सवेरे उठ्या वो चीका मारदा उठ्या कि माता जी मैं अपना दुश्मन हरा दिता है, मैं उस दुश्मन नू मार दिता है, हुण दोबारा नहीं आएगा। माता दे चेहरे दे उत्ते एक अजीब जे आश्चर्यजनक भाव सी, वो समझण नू असमर्थ सी कि की असल च की होया है। वो बच्चे नू लैके डॉक्टर दे कोल गई, डॉक्टर ने टेस्ट किए, डॉक्टर हैरान रह गया कि वाकया ही वो कैंसर नुमा रसौली बच्चे दे सिर चों खत्म हो चुकी सी। और ये चीज़ साफ दर्शाती है जदों साडी भावना बिल्कुल सच्ची है और असी किसी वड्डी तो वड्डी बीमारी दे नाल जो वड्डी तो वड्डी औकड़ दे नाल भी अपनी पूरी शक्ति या अरदास करते हाँ तो वो चीज़ सानू ज़रूरी मिल जाती है। यही इस सीक्रेट दा सार मैनू नज़र आया है कि जदों भी असी किसी चीज़ नू सोचते हाँ साडा दृढ़ निश्चा हुंदा कि उसनू पाइए और साडी सच्ची अरदास हुंदी है तो वो अकाल पुरख हर तरीके दे नाल वो चीज़ साडी झोली च पा दिंदा है। इस नू ही परतक करने वाली एक होर कहानी है। किसी पिंड च अकाल पै गया और उत्थे लोकी जिहड़े सी त्रास करन लग पे क्योंकि खान की कोई भी व्यवस्था नहीं सी और लोकी जिहड़े सीगे भुख नाल मरन लग गए। कुछ दिनों बाद उत्थे एक तपस्वी आए, उन्होंने पिंड वालों की हालत देखी तो उन्होंने कहा कि तुसीं सारे जाने इकट्ठे रल के पूजा करो, एक हवन करो या पूजा करो या अपने अनुसार उन्होंने भगती का मार्ग दस्या। सब लोगों ने जिस दिन इकट्ठे होकर मंदिर में भगती करनी सी, सारे लोग आए, दो बंदे उत्थे छतरियाँ लैके आ गए। सारे लोग उन्होंने देख के हसन लग गए कि बड़ी अजीब गल है कि तुसी जिहड़ा हैगा उपर इन्नी धुप्प निकली तो तुसी जिहड़ा हैगा वो छतरियाँ लैके आ गए, पागल हो गए तुसी? तो उन्होंने जवाब दिता कि असी पागल नहीं हो गए पर सानू विश्वास है कि जो साडी पूजा खत्म होएगी, साडी भगती खत्म होगी, उस टाइम उत्ते बारिश होनी शुरू हो जाएगी और असी इस करके छतरियाँ लैके आए हैं कि असी जो बारिश होएगी तो भिज के ना जाइए क्योंकि सानू पूरा विश्वास है कि बारिश होएगी ही होएगी। यही चीज़ इस सीक्रेट दे विच दर्शाई गई है कि जदों तुसी किसी चीज़ नू पूरी दृढ़ता दे नाल पाने की कोशिश करते हो, तुहानू विश्वास हुंदा, तुहाडी भावना हुंदी, तुहाडी बंदगी हुंदी है, तुहाडियां अरदासां हुंदियां हन तो वो तुहानू जरूरी मिलती है। एक पिछे जे एक फिल्म आई सी अरदास जिहड़ी कि बहुत हिट हुई, ਉਹਦੇ ਵਿੱਚ भी एक बच्चे ने इस चीज़ नू पूर्णता दे नाल दर्शाया है। वो बच्चे का पिता किसी मुसीबत च फसिया हुंदा है और बच्चे नू उसका मास्टर रोज़ अरदास करने वास्ते कहता है और उसनू कहता कि तू सोने की अरदास करनी है। सोने की अरदास का मतलब कि सच्चे मनो भगती करनी है, सच्चे मनो उस चीज़ नू ध्याना है या उस अपने पिता की वापसी दे वास्ते तू अरदास करनी है। बच्चा रोज़ अरदास करन लग जाता, एक निश्चित समय के उत्ते बच्चा गुरुद्वारे जाता है और तो अरदास करना शुरू कर देता है। एक दिन मास्टर नू जल्दी हुंदी है और बच्चा उसके नाल हुंदा है तो मास्टर नू कहंदा कि इस टाइम ते नहीं, तू बाद च आण के अरदास कर ली क्योंकि हुण आपां लेट हो जाएंगे क्योंकि किसी ने आना हुंदा निरीक्षण करन वास्ते स्कूल का। तो बच्चे का जवाब सुन के वाकया ही मन कील गया। बच्चा कहंदा नहीं, मैं अपनी अरदास पित्तल दी नहीं होण देनी कि जदों तुसी अपना दृढ़ निश्चा, अपनी अरदास, अपनी भावना पक्की रखते हो तो क्यों तुहाडा वो काम नहीं होएगा। और इहो जिहा अनेकां
ਅਨੇਕਾਂ ਹੀ ਉਦਾਹਰਨਾਂ ਸਾਡੇ ਸਾਹਮਣੇ ਹਨ ਕਿ ਜਦੋਂ ਲੋਕਾਂ ਨੇ ਪੂਰਨ ਵਿਸ਼ਵਾਸ ਦੇ ਨਾਲ ਕਿਸੇ ਚੀਜ਼ ਨੂੰ ਧਿਆਨ ਦੀ ਕੋਸ਼ਿਸ਼ ਕੀਤੀ ਹੈ, ਆਖਿਰ ਉਹਨਾਂ ਨੂੰ ਇਹ ਚੀਜ਼ਾਂ ਮਿਲ ਗਈਆਂ ਹਨ। ਇਹਨਾਂ ਨੂੰ ਤੁਸੀਂ ਚਮਤਕਾਰ ਸਮਝ ਲਓ, ਇਹਨਾਂ ਨੂੰ ਤੁਸੀਂ ਕ੍ਰਿਸ਼ਮੇ ਸਮਝ ਲਓ, ਇਸ ਨੂੰ ਤੁਸੀਂ ਅਰਦਾਸ ਦਾ ਫਲ ਸਮਝ ਲਓ, ਇਸ ਨੂੰ ਤੁਸੀਂ ਆਪਣੀ ਭਾਵਨਾ ਕਹਿ ਲਓ, ਜਾਂ ਤੁਸੀਂ ਇਸ ਨੂੰ ਆਕਰਸ਼ਣ ਦਾ ਸਿਧਾਂਤ ਕਹਿ ਲਓ, ਜੋ ਮਰਜ਼ੀ ਹੈ। ਇਸ ਕਿਤਾਬ ਨੂੰ ਪੜ੍ਹ ਕੇ ਮੈਨੂੰ ਤਾਂ ਇਹੀ ਸਮਝ ਆਇਆ ਹੈ ਕਿ ਆਕਰਸ਼ਣ ਦਾ ਸਿਧਾਂਤ ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਦੀਆਂ ਪਹਿਲਾਂ ਇਹ ਚੀਜ਼ ਸਾਨੂੰ ਦੱਸ ਦਿੱਤੀ ਸੀ, ਜਿਹੜੀ ਕਿ ਰੋਨਨ ਬਾਰਨੇ ਨੇ ਅੱਜ ਸਾਨੂੰ 2006 ਵਿੱਚ ਦੱਸੀ ਹੈ, ਔਰ ਇਸ ਦਾ ਸਾਰੀ ਦੁਨੀਆ 'ਚ ਬਹੁਤ ਬੋਲਬਾਲਾ ਹੈ। ਸੋ ਮੇਰੀ ਤੁਹਾਡੇ ਸਭ ਸਮਝਦੇ ਤੇ ਅੱਗੇ ਗੁਜ਼ਾਰਿਸ਼ ਹੈ ਕਿ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਪਾਉਣਾ ਚਾਹੁੰਦੇ ਹੋ, ਬਜਾਏ ਕਿ ਦੁਖੀ ਹੋਣ ਦੇ ਜਾਂ ਗਲਤ ਮਲਤ ਤਰੀਕੇ ਅਪਣਾਉਣ ਦੇ, ਸਿਰਫ ਔਰ ਸਿਰਫ ਅਰਦਾਸ ਕਰੋ, ਜਾਂ ਸਿਰਫ ਔਰ ਸਿਰਫ ਆਪਣੀਆਂ ਜੋ ਵੀ ਪ੍ਰੇਅਰਸ, ਜਿਸ ਵੀ ਇਸ਼ਟ ਨੂੰ ਤੁਸੀਂ ਮੰਨਦੇ ਹੋ, ਉਹਦੇ ਅੱਗੇ ਸੱਚੀ ਭਾਵਨਾ ਦੇ ਨਾਲ ਆਪਣੀਆਂ ਪ੍ਰੇਅਰਸ ਕਰੋ। ਜ਼ਰੂਰੀ ਹੀ ਤੁਹਾਨੂੰ ਉਹ ਚੀਜ਼ ਮਿਲੇਗੀ। ਤੀਸਰਾ ਸਟੈਪ ਜਿਹੜਾ ਹੈਗਾ ਰਿਸੀਵ, ਮਤਲਬ ਕਿ ਤੁਸੀਂ ਉਸ ਨੂੰ ਪਾ ਲੈਂਦੇ ਹੋ, ਭਾਵੇਂ ਕਿ ਇਹ ਕੋਈ ਵਿਸ਼ੂ ਵਸਤੂ ਹੋਵੇ, ਮਤਲਬ ਕਿ ਤੁਸੀਂ ਕਿਸੇ ਧਨ ਨੂੰ ਚਾਹੁੰਦੇ ਹੋ, ਸਰੀਰ ਨੂੰ ਚਾਹੁੰਦੇ ਹੋ, ਜਾਂ ਕਿਸੇ ਇਨਸਾਨ ਨੂੰ ਚਾਹੁੰਦੇ ਹੋ, ਜਾਂ ਅੱਛੀ ਸਿਹਤ ਚਾਹੁੰਦੇ ਹੋ। ਤੁਸੀਂ ਜੋ ਵੀ ਚੀਜ਼ ਦੀ ਭਾਵਨਾ ਦੇ ਨਾਲ ਅਰਦਾਸ ਕਰਦੇ ਹੋ, ਜਾਂ ਪ੍ਰੇਅਰਸ ਕਰਦੇ ਹੋ, ਜਾਂ ਉਸ ਨੂੰ ਮੰਗ ਕਰਦੇ ਹੋ, ਉਹ ਜ਼ਰੂਰੀ ਹੀ ਤੁਹਾਨੂੰ ਮਿਲਦੀ ਹੈ। ਇਹੀ ਸਾਰ ਸੀਕ੍ਰੇਟ ਬੁੱਕ ਦਾ ਹੈ, ਔਰ ਇਹੀ ਸਾਰ ਜੋ ਮੈਂ ਇਹਨੂੰ ਰਿਵਿਊ ਕਰਕੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਤੁਸੀਂ ਇਸ ਨਾਲ ਸਹਿਮਤ ਹੋਵੋਗੇ, ਔਰ ਅੱਜ ਤੋਂ ਸਾਰੇ ਅਸੀਂ ਜਦੋਂ ਵੀ ਸਾਡੀ ਕੋਈ ਮੰਗ ਹੋਵੇ, ਅਸੀਂ ਕਿਸੇ ਮੁਸੀਬਤ 'ਚ ਫਸੇ ਹੋਈਏ, ਤਾਂ ਅਸੀਂ ਆਪਣੀ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੀਏ ਪੂਰੀ ਭਾਵਨਾ ਦੇ ਨਾਲ, ਵਿਸ਼ਵਾਸ ਦੇ ਨਾਲ, ਔਰ ਉਹ ਚੀਜ਼ ਸਾਡੀ ਜ਼ਰੂਰੀ ਪੂਰੀ ਹੋਵੇਗੀ। ਸਾਡੀ ਉਹ ਅਰਦਾਸ ਜ਼ਰੂਰੀ ਮੁਕੰਮਲ ਹੋਏਗੀ, ਔਰ ਸਾਨੂੰ ਉਸ ਚੀਜ਼ ਦੇ ਵਿੱਚ ਸਫਲਤਾ ਮਿਲੇਗੀ। ਇਸੇ ਚੀਜ਼ ਦੇ ਨਾਲ ਮੈਂ ਤੁਹਾਡੇ ਕੋਲ ਆਗਿਆ ਲੈਂਦੀ ਹਾਂ। ਅਗਲੀ ਵੀਡੀਓ ਵਾਸਤੇ ਮੈਂ ਫਿਰ ਦੁਬਾਰਾ ਸਾਹਮਣੇ ਆਵਾਂਗੀ। ਤਦ ਤੱਕ ਲਈ ਨਮਸਕਾਰ।